जय मसीह दी सारिਆਂ ਨੂੰ। ਆਈ ਅੱਜ ਦਾ ਵਚਨ ਕਰਨੇ ਆ ਸ਼ੁਰੂ। दूसरा इतिहास की किताब और ਉਹਦਾ 29 चैप्टर ਉਹਦਾ वचन 1 और 2 मैं पढ़ूंगा। जब हिजकिय्याह राज्य करने लगा तब वह 25 वर्ष का था और 29 वर्ष तक यरूशलेम में राज्य करता रहा। और उसकी माता का नाम अबिय्याह था जो जकरिया की बेटी थी। और जैसा उसका मूल पुरुष दाऊद ने किया था अर्थात जो यहोवा की दृष्टि में ठीक था वैसे ही उसने भी किया। पढ़े गए वचन पे प्रभु हानु आशीष करे। आइए ही प्रार्थना करने हैं। प्यारे प्रभु जी, धन्यवाद स्तुति और बड़ाई के साथ आपके चरणों में आके झुक जाके धन्यवाद प्रणाम करते हैं। समय दिया उसके लिए भी धन्यवाद देते हैं। प्रभु जी दया करके सहायता और मदद करें, आपके वचन के द्वारा हमसे बात करें और अपना महिमा करने के लिए सहायता और मदद करें। हमारी कमी घटियों को पूरा करें प्रभु जी। मुझे भी आपकी पवित्र आत्मा से भरे और प्रभु जी अभिषेक करे और सही और पवित्र आत्मा से भर के बोलने के लिए सहायता और मदद करे। हमारी प्रार्थना विनती को प्रभु यीशु मसीह के नाम से मांगते हैं, आमीन। दूसरा इतिहास ਉਹਦਾ 29 ਚੈਪਟਰ ਮੈਂ ਪੜਿਆ ਵਾਗਾ। ਉਹਦੇ ਵਿੱਚ ਲਿਖਿਆ ਵਾ ਕਿ ਹਿਜਕਿਯ्याह ਰਾਜਾ ਜਦੋਂ ਰਾਜ ਕਰਨੇ ਲੱਗਿਆ ਹੈਗਾ, ਜਦੋਂ ਉਹਦਾ ਰਾਜ ਕਰਨ ਦਾ ਟਾਈਮ ਆਇਆ ਹੈਗਾ, ਉਦੋਂ ਉਹਦੀ ਉਮਰ ਹੈਗੀ 5 ਸਾਲਾਂ ਦੀ। ਔਰ ਉਹਨੇ ਉਹ ਕੀਤਾ ਜੋ ਉਹਦੇ ਪਰਦਾਦੇ ਦਾਵਿਦ ਨੇ ਕੀਤਾ ਹੈਗਾ, ਜੋ ਯਹੋਵਾ ਦੀ ਦ੍ਰਿਸ਼ਟੀ ਵਿੱਚ, ਜੋ ਪਰਮੇਸ਼ਵਰ ਦੀ ਦ੍ਰਿਸ਼ਟੀ ਵਿੱਚ ਠੀਕ ਹੈਗਾ, ਉਹ ਜੀ ਉਹ ਚਾਲ ਚੱਲਦਾ ਹੈਗਾ ਔਰ ਪਰਮੇਸ਼ਵਰ ਦੀ ਮਹਿਮਾ ਕਰਦਾ ਹੈਗਾ। ਔਰ ਜਦੋਂ ਹਿਜਕਿਯ्याह ਰਾਜਾ ਬਣਿਆ ਹੈਗਾ, ਉਦੋਂ ਰਾਜਾ ਹਿਜਕਿय्याह ਨੇ ਵੀ ਬਿਲਕੁਲ ਉਤਰਾ ਹੀ ਕੀਤਾ ਜੋ ਪਰਮੇਸ਼ਵਰ ਦੀ ਦ੍ਰਿਸ਼ਟੀ ਵਿੱਚ ਠੀਕ ਹੀਗਾ, ਜੋ ਸਹੀ ਹੀਗਾ, ਉਹ ਹੀ ਉਹ ਕਰਦਾ ਰਿਹਾ ਔਰ ਸਾਰਿਆਂ ਨੂੰ ਉਹ ਸਿਖਾਲਦਾ ਰਿਹਾ। ਪਰ ਅੱਜ ਅਸੀਂ ਹਿਜਕਿय्याह ਰਾਜਾ ਦੇ ਬਾਰੇ ਵਿੱਚ ਵੇਖਣ ਵਾਲੇ ਹੈਗੇ। ਅੱਜ ਮੈਂ 29 ਚੈਪਟਰ ਨੂੰ ਪੜ੍ਹਿਆ ਵਾਗਾ, ਪਰ ਅਸੀਂ 28 और 29 ਚੈਪਟਰ ਨੂੰ ਅਸੀਂ ਧਿਆਨ ਕਰਨ ਵਾਲੇ ਹੈਗੇ। ਮੇਰੇ ਕੋਲ ਟਾਈਮ ਨਹੀਂ ਹੈ, ਇਸ ਕਰਕੇ ਮੈਂ ਉਹਦਾ ਇੱਕੋ 1 और 2 ਵਚਨ ਪੜ੍ਹੇ ਆ। ਤੁਸੀਂ ਇਹ 29 और 28 ਤੇ 29 ਚੈਪਟਰ ਦੋਵੇਂ ਪੜ੍ਹ ਸਕਦੇ ਜੇ। ਆइए ਦੋਵੇਂ ਚੈਪਟਰਾਂ ਵਿੱਚ ਅੱਜ ਹੀ ਧਿਆਨ ਕਰਨ ਵਾਲੇ ਹਾਂ। ਹਿਜਕਿय्याह ਰਾਜਾ ਜਦੋਂ ਰਾਜ ਕਰਨ ਲੱਗਾ ਹੈਗਾ, ਉਦੋਂ 5 ਸਾਲਾਂ ਦਾ ਹੈਗਾ। ਪਰ ਹਿਜਕਿय्याह ਰਾਜਾ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਇੱਕ ਗਵਾਹੀ ਦੇਣਾ ਚਾਹੁੰਦਾ ਹਾਂਗਾ। ਇੱਕ ਦਿਨ ਇੱਕ ਟਾਈਮ ਹੈਗਾ ਜਦੋਂ ਮੈਂ ਬਹੁਤ ਮੁਸ਼ਕਿਲ ਦੇ ਹਾਲਾਤ ਵਿੱਚ ਹਾਂ, ਬਹੁਤ ਹੀ ਮੁਸ਼ਕਿਲਾਂ ਦੀ ਪਰਿਸਥਿਤੀਆਂ ਵਿੱਚੋਂ ਜਦੋਂ ਮੈਂ ਗੁਜ਼ਰ ਡਿਆ ਹੈਗਾ, ਉਦੋਂ ਮੈਂ ਸੋਚਿਆ ਕਿ ਕਿਸੇ ਕੋ ਮੈਂ ਆਪਣੀ ਮਦਦ ਮੰਗਾਂ। ਪਰ ਮੈਂ ਬਹੁਤ ਲੋਕਾਂ ਕੋ ਮੇਰੀ ਮਦਦ ਮੰਗੀ, ਪਰ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਫਿਰ ਮੈਂ ਸੋਚਿਆ ਕਿ ਜਿਹੜੇ ਪਰਮੇਸ਼ਵਰ ਦੇ ਦਾਸ ਹੁੰਦੇ ਹੈਗੇ, ਉਹਨਾਂ ਕੋ ਜਾ ਕੇ ਮੈਂ ਮਦਦ ਮੰਗਣਾ ਵਾਂਗਾ। ਜਦੋਂ ਮੈਂ ਉਹਨਾਂ ਨੂੰ ਮਿਲਣ ਗਿਆ, ਉਹ ਨਹੀਂ ਮੈਨੂੰ ਮਿਲ ਸਕੇ ਕਿਉਂਕਿ ਉਹ ਕਿਤੇ ਹੋਰ ਚਲ ਗਏ ਹੈਗੇ। ਫਿਰ ਮੈਂ ਦੂਸਰੇ ਦਾਸਾਂ ਨੂੰ ਵੀ ਫੋਨ ਕੀਤਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਵਾਂਗਾ, ਮੇਰੀ ਜਿਹੜੀ ਸਮੱਸਿਆ ਵਾ ਉਹਦਾ ਤੁਸੀਂ ਹੱਲ ਕਰੋਗੇ। ਸੁਣ ਕੇ ਪਰਮੇਸ਼ਵਰ ਦੇ ਦਾਸਾਂ ਨੂੰ ਮੈਂ ਦੱਸਣ ਵਾਸਤੇ ਉਹਨਾਂ ਨੂੰ ਫੋਨ ਕੀਤਾ, ਪਰ ਉਹਨਾਂ ਨੇ ਆਖਿਆ ਕਿ ਅਸੀਂ ਤੈਨੂੰ ਹੁਣ ਨਹੀਂ ਮਿਲ ਸਕਦੇ ਕਿਉਂਕਿ ਅਸੀਂ ਤੇਰੇ ਤੋਂ ਦੂਰ ਆਂਗੇ, ਹੁਣ ਰਹਿਣ ਦੇ, ਬਾਅਦ ਵਿੱਚ ਤੇਰੇ ਨਾਲ ਆ ਕੇ ਅਸੀਂ ਗੱਲ ਕਰਾਂਗੇ। ਉਹ ਭੈਣ ਔਰ ਭਰਾਓ, ਇਹੋ ਜਿਹੇ ਦਿਨ ਜਿਹੜੇ ਸੀਗੇ ਮੈਂ ਵੇਖੇ ਸੀਗੇ, ਜਦੋਂ ਮੇਰੇ ਦਿਨ ਜਿਹੜੇ ਸੀ ਬਿਲਕੁਲ ਵੀ ਠੀਕ ਨਹੀਂ ਚੱਲਣ ਡੇ, ਬਹੁਤ ਹੀ ਮੁਸ਼ਕਿਲ ਸੀਗੀ, ਕੋਈ ਵੀ ਮੇਰੀ ਮਦਦ ਕਰਨ ਵਾਲਾ ਨਹੀਂ ਸੀਗਾ। ਪਰ ਮੈਂ ਜਿਨ੍ਹਾਂ ਨੂੰ ਫੋਨ ਕੀਤਾ, ਉਹਨਾਂ ਨੇ ਸਾਰਿਆਂ ਨੇ ਕਹਿ ਦਿੱਤਾ ਕਿ ਅਸੀਂ ਬਿਜ਼ੀ ਹੈਗੇ, ਅਸੀਂ ਨਹੀਂ ਮਿਲ ਸਕਦੇ। ਪਰ ਭੈਣ ਔਰ ਭਰਾਓ, ਜਦੋਂ ਕੋਈ ਮਿਲ ਨਹੀਂ ਸਕਦਾ, ਪਰ ਇੱਕ ਚੀਜ਼ ਆ ਜਿਹੜੀ ਸਾਡੇ ਨਾਲ ਹਮੇਸ਼ਾ ਰਹਿੰਦੀ ਆ, ਉਹ ਆ ਪਰਮੇਸ਼ਵਰ ਦਾ ਸਾਥ। ਉਦੋਂ ਮੈਂ ਪਰਮੇਸ਼ਵਰ ਦੇ ਘਰ ਵਿੱਚ, ਉਹਦੇ ਭਵਨ ਵਿੱਚ ਬੈਠਿਆ ਹੈਗਾ, ਉਦੋਂ ਮੈਂ ਵਚਨ ਖੋਲ੍ਹਿਆ। ਔਰ ਜਦੋਂ ਮੈਂ ਵਚਨ ਖੋਲ੍ਹਿਆ ਤਾਂ ਉਦੋਂ ਮੇਰੇ ਸਾਹਮਣੇ ਜਿਹੜਾ ਵਚਨ ਆਇਆ ਹੈਗਾ, ਉਹ ਹੀ ਹਿਜਕਿय्याह ਰਾਜਾ ਦੇ ਬਾਰੇ ਵਿੱਚ। ਉਹਦੇ ਵਿੱਚ ਜਦੋਂ ਮੈਂ ਵਚਨ ਨੂੰ ਪੜ੍ਹਿਆ, ਉਦੋਂ ਮੈਂ ਜਾਣਿਆ ਕਿ ਪਰਮੇਸ਼ਵਰ ਜਿਹੜਾ ਵਾ ਮੁਸ਼ਕਿਲਾਂ ਦੇ ਸਮੇਂ ਵਿੱਚ ਵੀ ਸਾਡੇ ਨਾਲ ਰਹਿੰਦਾ ਵਾ ਔਰ ਸਾਨੂੰ ਮੁਸ਼ਕਿਲਾਂ ਦੇ ਸਮੇਂ ਵਿੱਚੋਂ ਵੀ ਬਾਹਰ ਕੱਢ ਕੇ ਲੈ ਕੇ ਆਉਂਦਾ ਵਾਗਾ। ਪਰ ਕਦੋਂ ਮੁਸ਼ਕਿਲਾਂ ਦੇ ਘੜੇ ਸਮੇਂ ਵਿੱਚ ਬਾਹਰ ਕੱਢੂਗਾ ਸਾਨੂੰ, ਜਦੋਂ ਅਸੀਂ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਾਂਗੇ ਔਰ ਉਹਦੇ ਕੋਈ ਆ ਕੇ ਅਸੀਂ ਪ੍ਰਾਰਥਨਾ ਕਰਾਂਗੇ, ਉਦੋਂ ਪਰਮੇਸ਼ਵਰ ਸਾਨੂੰ ਬਾਹਰ ਕੱਢਦਾ ਵਾ। ਇਸ ਤਰ੍ਹਾਂ ਦਾ ਹੀ ਹਿਜਕਿय्याह ਰਾਜਾ, ਜਿਹਨੇ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕੀਤਾ ਆਪਣੇ ਮੁਸ਼ਕਿਲ ਦੀ ਘੜੀਆਂ ਵਿੱਚ ਵੀ,
ਔਰ ਉਹਨੂੰ ਪਰਮੇਸ਼ਵਰ ਨੇ ਬਾਹਰ ਕੱਢਿਆ। ਇਹ ਵਚਨ ਜਦੋਂ ਮੈਂ ਪੜ੍ਹਿਆ ਹੀਗਾ ਮੇਰਾ ਜੀਵਨ ਵੀ ਪਰਮੇਸ਼ਵਰ ਨੇ ਬਦਲ ਦਿੱਤਾ। ਔਰ ਮੈਂ ਅੱਜ ਇਸ ਕਰਕੇ ਇਹ ਵਚਨ ਨੂੰ ਬੋਲਣ ਡਿਆ, ਜਿਹੜੇ ਵੀ ਕੋਈ ਇਹ ਵਚਨ ਨੂੰ ਸੁਣਨ ਉਹਨਾਂ ਦਾ ਜੀਵਨ ਵੀ ਮੇਰਾ ਜਿਸ ਤਰ੍ਹਾਂ ਪਰਮੇਸ਼ਵਰ ਨੇ ਬਦਲ ਦਿੱਤਾ ਤੁਹਾਡਾ ਵੀ ਉਸ ਤਰ੍ਹਾਂ ਹੀ ਬਦਲ ਦੇ। ਪਰ ਹਿਜਕੀਆ ਰਾਜਾ ਦੇ ਬਾਰੇ ਵਿੱਚ ਜਾਣਦੇ ਹਾਂ। ਜਦੋਂ ਹਿਜਕੀਆ ਰਾਜਾ ਜਦੋਂ ਰਾਜ ਕਰਨ ਲੱਗਾ ਹੈਗਾ ਉਦੋਂ 25 ਸਾਲਾਂ ਦਾ ਹੈਗਾ। ਪਰ ਹਿਜਕੀਆ ਰਾਜਾ ਦੇ ਰਾਜ ਕਰਨ ਤੋਂ ਪਹਿਲਾਂ ਜਿਹੜਾ ਉਹਦਾ ਪਿਤਾ ਹੈਗਾ ਉਹਦੇ ਬਾਰੇ ਵਿੱਚ ਥੋੜ੍ਹਾ ਜਿਹਾ ਜਾਣਦੇ ਹਾਂ ਹੀ। ਉਹਦਾ ਨਾਂ ਹੀ ਆਹਾਜ਼ ਰਾਜਾ। ਔਰ ਉਹਦੀ 28 ਚੈਪਟਰ ਜਦੋਂ ਅਸੀਂ ਇਤਿਹਾਸ ਦੀ ਕਿਤਾਬ ਵਿੱਚ 28 ਚੈਪਟਰ ਪੜ੍ਹਾਂਗੇ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਵਗਾ ਕਿ ਉਹਦਾ ਪਿਤਾ ਜਿਹੜਾ ਹਿਜਕੀਆ ਦਾ ਪਿਤਾ ਹੈਗਾ ਉਹਦਾ ਨਾਂ ਹੀ ਆਹਾਜ਼। ਇਹ ਕਿਹੋ ਜਿਹਾ ਰਾਜਾ ਹੈਗਾ? ਇਹ ਬਹੁਤ ਹੀ ਬੁਰਾ ਰਾਜਾ ਹੈਗਾ। ਇਹ ਪਰਮੇਸ਼ਵਰ ਕੋ ਡਰਦਾ ਨਹੀਂ ਹੈਗਾ ਔਰ ਕਿਸੇ ਦੇ ਵੱਲ ਵੀ ਔਰ ਪਰਮੇਸ਼ਵਰ ਤੋਂ ਦੂਰ ਹੈਗਾ। ਇਹਨੇ ਜੋ ਆਪਣੀ ਜ਼ਿੰਦਗੀ ਵਿੱਚ ਕੀਤਾ ਸਭ ਕੁਛ ਇਹਨੇ ਪਾਪ ਕੀਤਾ। ਪਰ ਇਹਦਾ ਜਿਹੜਾ ਪਰਦਾਦਾ ਹੈਗਾ ਦਾਵਿਦ ਹੈਗਾ ਜੋ ਤੇ ਪਰਮੇਸ਼ਵਰ ਦੀ ਮਹਿਮਾ ਕਰਦਾ ਹੈ, ਪਰਮੇਸ਼ਵਰ ਦੀ ਇੱਛਾ ਜਾਣ ਕੇ ਚੱਲਦਾ ਹੈਗਾ, ਪਰ ਇਹ ਉਤੋਂ ਉਲਟਾ ਚੱਲਦਾ ਹੈਗਾ। ਇਹ ਜਿਹੜੇ ਕੰਮ ਪਰਮੇਸ਼ਵਰ ਦੀ ਦ੍ਰਿਸ਼ਟੀ ਵਿੱਚ ਜਿਹੜੇ ਬੁਰੇ ਹੈਗੇ, ਬੁਰੇ ਤੋਂ ਬੁਰੇ ਕੰਮ ਜਿਹੜੇ ਹੀ ਆਹਾਜ਼ ਰਾਜ ਨੇ ਕੀਤੇ ਹੈਗੇ। ਇਹਨੇ ਸਭ ਤੋਂ ਬੁਰਾ ਕੰਮ ਉਦੋਂ ਕੀਤਾ ਜਦੋਂ ਇਹ 20 ਸਾਲਾਂ ਦਾ ਹੈਗਾ, ਉਦੋਂ ਇਹ ਰਾਜਾ ਬਣ ਗਿਆ। ਔਰ ਜਦੋਂ ਇਹ ਰਾਜਾ ਬਣ ਗਿਆ ਇਹਨੇ ਸਭ ਤੋਂ ਪਹਿਲਾਂ ਕੀ ਕੀਤਾ? ਪਰਮੇਸ਼ਵਰ ਦੇ ਜਿਹੜਾ ਘਰ ਹੈਗਾ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀ ਪਰਮੇਸ਼ਵਰ ਦੇ ਕੰਮ ਵਾਸਤੇ ਇਸਤੇਮਾਲ ਕਰਨੇ ਆ, ਜਿਹੜੀਆਂ ਛੋਟੀਆਂ ਜਿਹੀ ਚੀਜ਼ਾਂ ਵਾ ਉਹਨੂੰ ਇਹਨੇ ਤੋੜ ਦਿੱਤਾ ਔਰ ਬਾਹਰ ਸੁੱਟ ਦਿੱਤਾ। ਫਿਰ ਉੱਥੇ ਜਿਹੜੀ ਧੂਪ ਜਲਣ ਦੀ ਹੈਗੀ ਉਹਨਾਂ ਨੂੰ ਵੀ ਇਹਨੇ ਬੁਝਾ ਦਿੱਤਾ ਔਰ ਸਾਰਾ ਹਨੇਰਾ ਕਰ ਦਿੱਤਾ ਔਰ ਪਰਮੇਸ਼ਵਰ ਦੇ ਘਰ ਨੂੰ ਤਾਲਾ ਲਾ ਕੇ ਉਹਨੂੰ ਖਾਲੀ ਕਰ ਦਿੱਤਾ। ਇਹ ਭੈਣ ਔਰ ਭਰਾਓ, ਇਹ ਉਹੋ ਹੀ ਮੰਦਰ ਆ ਜਿਹੜਾ ਕਿ ਸੁਲੇਮਾਨ ਰਾਜਾ ਨੇ ਬਣਾਇਆ ਹੈਗਾ ਪਰਮੇਸ਼ਵਰ ਦੀ ਮਹਿਮਾ ਕਰਨ ਵਾਸਤੇ। ਪਰ ਆਹਾਜ਼ ਰਾਜਾ ਜਿਹੜਾ ਹਿਜਕੀਆ ਦਾ ਪਿਤਾ ਹੈਗਾ ਉਹ ਇਹੋ ਜਿਹਾ ਬੁਰਾ ਇਨਸਾਨ ਹੈਗਾ ਕਿ ਉਹ ਪਰਮੇਸ਼ਵਰ ਦੀ ਮਹਿਮਾ ਨਹੀਂ ਕਰਦਾ, ਉਹ ਤੇ ਅਨੀ ਜਾਤੀਆਂ ਦੇ ਦੇਵਤਾਂ ਦੀ ਮਹਿਮਾ ਕਰਦਾ ਹੈਗਾ। ਔਰ ਉਹਨੇ ਇੰਨੇ ਬੁਰੇ ਕੰਮ ਕੀਤੇ ਕਿ ਉਹਨੇ ਪਰਮੇਸ਼ਵਰ ਦੇ ਘਰ ਵਿੱਚ ਤਾਲਾ ਲਾ ਦਿੱਤਾ ਔਰ ਸਾਰੇ ਉੱਥੇ ਜਿਹੜੇ ਲੇਵੀਆ ਔਰ ਯਾਜਕ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਉਹਨੇ ਬਾਹਰ ਕੱਢ ਦਿੱਤਾ ਔਰ ਉਹ ਸਾਰੇ ਤਿੱਤਰ ਬਿੱਤਰ ਹੋ ਕੇ ਕਿਤੇ ਹੋਰ ਚਲ ਗਏ। ਫਿਰ ਉਹਨੇ ਉਹ ਯਰੂਸ਼ਲਮ ਵਿੱਚ ਰਹਿ ਕੇ ਉਹਨੇ ਵੱਡੇ ਜਿਹੜੇ ਉੱਚੇ ਸਥਾਨ ਜਿਹੜੇ ਜਗ੍ਹਾ ਵਾਂਗੀਆਂ ਉਹ ਬਣਾਈਆਂ ਉਹਨੇ, ਜਿਹੜੇ ਹੱਥ ਦੇ ਨਾਲ ਹੀ ਬਣਾਉਂਦੇ ਹੈਗੇ, ਜਿਹੜੇ ਸੋਨੇ ਦੇ ਜਿਹੜੇ ਚਾਂਦੀ ਦੇ ਬਣੇ ਹੋਏ ਹੱਥਾਂ ਦੇ ਕਾਰੀਗਰੀ ਸੀਗੀ ਉਹਨਾਂ ਨੂੰ ਇਹਨੇ ਦੰਡਵਤ ਕੀਤਾ ਔਰ ਉਹਨਾਂ ਦੇ ਸਾਹਮਣੇ ਇਹਨੇ ਧੂਪ ਜਲਾਈ। ਔਰ ਜਿੰਨੇ ਵੀ ਯਰੂਸ਼ਲਮ ਦੇ ਲੋਕ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਹੁਣ ਤੋਂ ਕੋਈ ਵੀ ਪਰਮੇਸ਼ਵਰ ਦੇ ਘਰ ਜਾ ਕੇ ਧੂਪ ਨਾ ਜਲਾਇਓ। ਜੋ ਕੋਈ ਵੀ ਤੁਸੀਂ ਬਲੀ ਚਲਾਉਣੇ ਚਾਹੁੰਦੇ ਆ ਜਾਂ ਧੂਪ ਚਲਾਉਣਾ ਚਾਹੁੰਦੇ ਹੋ ਉਹ ਸਾਰੀਆਂ ਇਹ ਦੇਵਤਾ ਦੇ ਸਾਹਮਣੇ ਚੜਾਇਆ ਕਰੋ ਜਿਹਦਾ ਮੈਂ ਹੁਣ ਪੂਜਾ ਕਰਨ ਡਿਆ ਵਾਂ। ਇਹਨੇ ਸਾਰੇ ਅਨਿ ਜਾਤੀਆਂ ਨੂੰ ਉੱਥੇ ਬੁਲਾ ਲਿਆ ਯਰੂਸ਼ਲਮ ਨੂੰ ਔਰ ਪਰਮੇਸ਼ਵਰ ਦੇ ਘਰ ਨੂੰ ਤਾਲਾ ਲਾ ਦਿੱਤਾ। ਔਰ ਸਾਰੇ ਦੇ ਸਾਰੇ ਵਿਸ਼ਵਾਸੀ ਜਿਹੜੇ ਯਹੂਦੀ ਸੀਗੇ ਜਿਹੜੇ ਪਰਮੇਸ਼ਵਰ ਦੇ ਘਰ ਆ ਕੇ ਧੂਪ ਚਲਾਉਂਦੇ ਸੀਗੇ, ਉਹਨੂੰ ਬਲੀਆਂ ਚੜਾਉਂਦੇ ਸੀਗੇ, ਇਹ ਸਾਰੇ ਦੇ ਸਾਰੇ ਲੋਕ ਜਿਹੜੇ ਹੀ ਵਿਗੜ ਗਏ ਸੀਗੇ ਔਰ ਇਹ ਸਾਰੇ ਦੇ ਸਾਰੇ ਜਿਹੇ ਮੂਰਤੀ ਪੂਜਾ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਇਹ ਕਿਦੋਂ ਉਹਨਾਂ ਨੂੰ ਮੂਰਤੀ ਪੂਜਾ ਸ਼ੁਰੂ ਕਰ ਦਿੱਤੀ ਸੀ? ਜਦੋਂ ਆਹਾਜ਼ ਰਾਜਾ ਰਾਜਾ ਬਣਿਆ ਹੈਗਾ ਉਹਨੇ ਸਾਰਿਆਂ ਨੂੰ ਜੋ ਹੀ ਅਨੀ ਜਾਤੀਆਂ ਦੇ ਵੱਲ ਫੇਰ ਦਿੱਤਾ ਔਰ ਉਹਨਾਂ ਨੂੰ ਕਿਹਾ ਕਿ ਇਹ ਮੂਰਤੀਆਂ ਦੇ ਸਾਹਮਣੇ ਇਹਨਾਂ ਦੀਆਂ ਪੂਜਾ ਕਰਿਆ ਕਰੋ। ਆਹਾਜ਼ ਰਾਜਾ ਨੇ ਇਹੋ ਜਿਹੇ ਕਈ ਪਾਪ ਜਿਹੜੇ ਹੋਰ ਕੀਤੇ ਸੀ ਉਹਨਾਂ ਨੇ ਆਹਾਜ਼ ਰਾਜਾ ਨੇ ਆਪਣੇ ਹੀ ਜਿਹੜੇ ਉਹਦੇ ਨਿਆਣੇ ਸੀਗੇ ਉਹਨਾਂ ਨੂੰ ਵੀ ਉਹਨੇ ਅੱਗ ਵਿੱਚ ਸੁੱਟ ਕੇ ਮਾਰ ਦਿੱਤਾ ਔਰ ਉਹਨਾਂ ਦੇ ਜਿਹੜੀਆਂ ਮੂਰਤੀਆਂ ਸੀ ਉਹਨਾਂ ਦੇ ਸਾਹਮਣੇ ਉਹਨੇ ਬਲੀਆਂ ਚੜਾ ਦਿੱਤੀਆਂ। ਮਤਲਬ ਆਪਣੇ ਨਿਆਣਿਆਂ ਨੂੰ ਵੀ ਉਹਨੇ ਮਾਰ ਦਿੱਤਾ। ਹੁਣ ਤੁਸੀਂ ਸੋਚ ਸਕਦੇ ਜੇ ਜਿਹੜਾ ਆਦਮੀ ਆਪਣੇ ਨਿਆਣਿਆਂ ਨੂੰ ਵੀ ਮਾਰ ਸਕਦਾ ਵਾ ਉਹ ਕਿਸ ਤਰ੍ਹਾਂ ਦਾ ਰਾਜਾ ਹੋ ਸਕਦਾ ਵਾ। ਉਹਨੇ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਚੰਗੀਆਂ ਜਿਹੜੇ ਲੋਕੀ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਦੇ ਸੀ ਹੁਣ ਉਹ ਸਾਰੇ ਲੋਕੀ ਪਰਮੇਸ਼ਵਰ ਨੂੰ ਭੁੱਲ ਗਏ ਸੀਗੇ। ਹੁਣ ਸਾਰੇ ਲੋਕੀ ਜਿਹੜੇ ਹੀ ਦੇਵੀ ਦੇਵਤਾ ਦੀ ਪੂਜਾ ਕਰਦੇ ਸੀਗੇ
ਉਹਦੇ ਹੀ ਉਹਨਾਂ ਨੂੰ ਹੀ ਉਹ ਬਲੀਆਂ ਅਰਪਣਾ ਕਰਦੇ ਸੀ, ਉਹਨਾਂ ਦੇ ਸਾਹਮਣੇ ਹੀ ਉਹ ਧੂਪ ਜਲਾਉਂਦੇ ਸੀਗੇ। ਔਰ ਬਾਕੀ ਜਿਹੜੇ ਉੱਥੇ ਰਹਿਣ ਵਾਲੇ ਵਿਸ਼ਵਾਸੀ ਸੀਗੇ, ਜਿਹੜੇ ਯਹੂਦੀ ਸੀਗੇ, ਇਹ ਸਾਰੇ ਤਿੱਤਰ ਬਿੱਤਰ ਹੋ ਕੇ ਦੂਸਰੇ ਦੇਸ਼ਾਂ ਵਿੱਚ ਚਲ ਗਏ, ਕਿਉਂਕਿ ਹੁਣ ਪਰਮੇਸ਼ਵਰ ਦੇ ਘਰ ਵਿੱਚ ਕੋਈ ਆਰਾਧਨਾ ਨਹੀਂ ਕਰਦਾ, ਨਾ ਹੀ ਕੋਈ ਧੂਪ ਜਲਾਉਂਦਾ ਹੈਗਾ, ਨਾ ਹੀ ਕੋਈ ਗਾਣਾ ਗਾਉਣ ਵਾਲਾ ਹੈਗਾ। ਲੇਵੀਆ ਔਰ ਯਾਜਕ ਜਿੰਨੇ ਵੀ ਸੀਗੇ ਸਾਰੇ ਜਣੇ ਤਿੱਤਰ ਬਿੱਤਰ ਹੋ ਕੇ ਕਿਤੇ ਹੋਰ ਜਾ ਕੇ ਰਹਿਣ ਲੱਗ ਪਏ। ਪਰ ਜਦੋਂ ਉਹਦੀ ਉਮਰ ਹੋ ਗਈ ਉਦੋਂ ਉਹ ਮਰ ਗਿਆ, ਔਰ ਫਿਰ ਉਹਦੀ ਜਗ੍ਹਾ ਤੇ ਹਿਜਕੀਆ ਰਾਜਾ ਰਾਜ ਕਰਨੇ ਲੱਗਾ। ਉਹ ਭੈਣ ਔਰ ਭਰਾਓ, ਜਦੋਂ ਹਿਜਕੀਆ ਰਾਜਾ ਰਾਜ ਕਰਨ ਡੈ ਪਿਆ ਹੈਗਾ ਉਦੋਂ ਉਹਦੀ ਉਮਰ ਹੀ 5 ਸਾਲਾਂ ਦੀ। ਜਦੋਂ 5 ਸਾਲਾਂ ਦੇ ਰਾਜ ਕਰਨਾ ਸ਼ੁਰੂ ਕੀਤਾ, ਉਹਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਹੈਗਾ ਉਹ ਹੈਗਾ ਪਰਮੇਸ਼ਵਰ ਦੇ ਘਰ ਨੂੰ ਜਿਹੜਾ ਤਾਲਾ ਲਾਇਆ ਸੀਗਾ ਉਹਦੇ ਪਿਤਾ ਨੇ, ਉਹ ਤਾਲੇ ਨੂੰ ਤੋੜ ਦਿੱਤਾ ਔਰ ਉਹਨੂੰ ਉਹ ਦਰਵਾਜ਼ੇ ਨੂੰ ਖੋਲ ਕੇ ਉਹਨੇ ਪਰਮੇਸ਼ਵਰ ਦੇ ਘਰ ਨੂੰ ਸਾਫ਼ ਕਰਨ ਦੀ ਉਹਨੇ ਸੋਚਿਆ। ਫਿਰ ਜਿੰਨੇ ਵੀ ਲੇਵੀਆ ਔਰ ਯਾਜਕ ਜਿਹੜੇ ਦੂਰ ਦੂਰ ਹੋ ਕੇ ਤਿੱਤਰ ਬਿੱਤਰ ਹੋ ਕੇ ਕਿਤੇ ਦੂਰ ਦੇਸ਼ ਵਿੱਚ ਰਹਿਣ ਡੈ ਪਏ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਉਹਨੇ ਬੁਲਾਇਆ। ਉਹਨੇ ਆਖਿਆ ਕਿ ਪਰਮੇਸ਼ਵਰ ਦੀ ਫਿਰ ਤੋਂ ਆਰਾਧਨਾ ਕਰਨਾ ਅਸੀਂ ਸ਼ੁਰੂ ਕਰਨੇ ਆ। ਫਿਰ ਸਾਰੇ ਲੇਵੀਆ ਉੱਥੇ ਆਏ। ਉਹਨੇ ਆਖਿਆ ਲੇਵੀਆ ਔਰ ਯਾਜਕਾਂ ਨੂੰ ਕਿਹਾ ਕਿ ਆਪਣੇ ਆਪ ਨੂੰ ਹੁਣ ਸ਼ੁੱਧ ਕਰ ਲਓ, ਪਵਿੱਤਰ ਕਰ ਲਓ, ਕਿਉਂਕਿ ਹੁਣ ਅਸੀਂ ਪਰਮੇਸ਼ਵਰ ਦੇ ਘਰ ਨੂੰ ਅਸੀਂ ਤਿਆਰ ਕਰਨਾ ਵਾ। ਉਹਨੇ ਆਪਣੇ ਪਰਮੇਸ਼ਵਰ ਦੇ ਜਿਹੜੇ ਉਹਦੇ ਪਿਤਾ ਨੇ, ਜਿਹੜੇ ਉਹਦੇ ਅੰਦਰ ਦੇ ਜਿਹੜਾ ਸਮਾਨ ਜਿਹੜਾ ਤੋੜ ਦਿੱਤਾ ਹੈਗਾ, ਜਿਹੜਾ ਪਰਮੇਸ਼ਵਰ ਦੀਆਂ ਚੀਜ਼ਾਂ ਨੂੰ ਤੋੜ ਦਿੱਤਾ ਸੀ, ਉਹਨੇ ਉਹ ਸਾਰੀਆਂ ਚੀਜ਼ਾਂ ਨੂੰ ਬਣਾਇਆ ਔਰ ਪਰਮੇਸ਼ਵਰ ਦੇ ਘਰ ਨੂੰ ਸਾਫ਼ ਕਰਾਇਆ ਔਰ ਉਹਨੂੰ ਪਵਿੱਤਰ ਕੀਤਾ। ਜਿਹੜੇ ਉਹਦੇ ਦਰਵਾਜ਼ੇ ਜਿਹੜੇ ਟੁੱਟ ਗਏ ਸੀਗੇ ਉਹਨੂੰ ਵੀ ਉਹਨੇ ਬਣਾਇਆ ਔਰ ਸਾਰਿਆਂ ਨੂੰ ਉਹਨੇ ਠੀਕ ਕੀਤਾ। ਜਿਹੜੀਆਂ ਉਹਦੀਆਂ ਦੀਵਾਰਾਂ ਹੈਗੀਆਂ, ਜਿਹੜੀਆਂ ਉਹ ਖਰਾਬ ਹੋ ਚੁੱਕੀਆਂ ਸੀ, ਜਿਹੜੇ ਉਹਦੇ ਪਿਤਾ ਨੇ ਕਈ ਸਾਲਾਂ ਤੱਕ ਉਹਨੂੰ ਬੰਦ ਕਰਕੇ ਖਰਾਬ ਕਰ ਦਿੱਤਾ ਸੀ, ਉਹਨਾਂ ਨੂੰ ਸਾਰਿਆਂ ਨੂੰ ਉਹਨੇ ਮਿਸਤਰੀਆਂ ਨੂੰ ਬੁਲਾਇਆ ਔਰ ਪਰਮੇਸ਼ਵਰ ਦੇ ਘਰ ਦਾ ਕੰਮ ਕੀਤਾ ਔਰ ਪਰਮੇਸ਼ਵਰ ਨੂੰ ਉਹਨੇ ਪਰਮੇਸ਼ਵਰ ਦੇ ਘਰ ਨੂੰ ਸਾਫ਼ ਕਰਕੇ ਸਭ ਕੁਝ ਉਤਰਾ ਕਰ ਦਿੱਤਾ ਜਿਸ ਤਰ੍ਹਾਂ ਉਹ ਪਹਿਲੋਂ ਹੀਗਾ। ਫਿਰ ਉਹਨੇ ਦੂਸਰਾ ਕੰਮ ਕੀ ਕੀਤਾ, ਜੋ ਉਹਦੇ ਪਿਤਾ ਨੇ ਦੇਵੀ ਦੇਵਤਾ ਬਣਾ ਕੇ ਰੱਖੇ ਹੈਗੇ, ਜਿਨ੍ਹਾਂ ਦੇ ਉੱਚੇ ਸਥਾਨ ਜਿਹੜੇ ਬਣਾ ਕੇ ਰੱਖੇ ਹੈਗੇ ਉੱਚੀ ਜਗ੍ਹਾ ਤੇ, ਉਹ ਸਾਰਿਆਂ ਨੂੰ ਉਹਨੇ ਤੋੜ ਦਿੱਤਾ ਔਰ ਸਾਰੇ ਦੇ ਸਾਰੇ ਗੰਦੇ ਨਾਲੇ ਵਿੱਚ ਉਹਨੇ ਸੁੱਟ ਦਿੱਤਾ। ਔਰ ਉਹਨੇ ਸਾਰਿਆਂ ਨੂੰ ਕਹਿ ਕੇ ਦੱਸਿਆ, ਸਾਰਿਆਂ ਨੂੰ ਕਹਿ ਕੇ ਚਿੱਠੀਆਂ ਲਿਖ ਕੇ ਉਹਨੇ ਸਾਰੇ ਲੋਕਾਂ ਨੂੰ ਘਲਾਈਆਂ, ਜਿਹੜੇ ਯਹੂਦੀ, ਜਿਹੜੇ ਇਜ਼ਰਾਈਲੀ ਸੀਗੇ, ਜਿਹੜੇ ਪਰਮੇਸ਼ਵਰ ਦੇ ਘਰ ਤੋਂ ਦੂਰ ਹੋ ਚੁੱਕੇ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਉਹਨੇ ਬੁਲਾਇਆ ਔਰ ਸਾਰਿਆਂ ਨੂੰ ਆਖਿਆ ਕਿ ਆਓ ਹੁਣ ਅਸੀਂ ਪਰਮੇਸ਼ਵਰ ਦੀ ਸੱਚੀ ਆਰਾਧਨਾ ਕਰਨੇ ਆ। ਹੁਣ ਇੱਥੇ ਅਸੀਂ ਧੂਪ ਚਲਾਉਂਦੇ ਆ, ਹੁਣ ਇੱਥੇ ਅਸੀਂ ਬਲੀਆਂ ਚਲਾਉਂਦੇ ਹੈਗੇ। ਜਿਹੜੇ ਯਾਜਕ ਜਿਹੜੇ ਦੂਰ ਚਲ ਗਏ ਸੀਗੇ, ਜਿਹੜੇ ਲੋਕ ਜਿਹੜੇ ਦੂਰ ਚਲ ਗਏ ਸੀ, ਜਿਹੜੇ ਪਰਮੇਸ਼ਵਰ ਨੂੰ ਭੁੱਲ ਗਏ ਸੀਗੇ, ਜਿਹੜੇ ਪਰਮੇਸ਼ਵਰ ਤੋਂ ਦੂਰ ਹੋ ਗਏ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਉਹਨੇ ਹਿਜਕੀਆ ਰਾਜਾ ਨੇ ਬੁਲਾਇਆ ਔਰ ਪਰਮੇਸ਼ਵਰ ਦੇ ਘਰ ਵਿੱਚ ਉਹਨੇ ਫਿਰ ਤੋਂ ਉਹਦੀ ਆਰਾਧਨਾ ਸ਼ੁਰੂ ਕਰ ਦਿੱਤੀ ਜਦੋਂ ਰਾਜ ਕਰਦਾ ਹੈਗਾ। ਉਹ ਭੈਣ ਔਰ ਭਰਾਓ, ਪਿਤਾ ਨੇ ਸਾਰੇ ਕੰਮ ਵਿਗਾੜ ਦਿੱਤੇ, ਸਾਰਿਆਂ ਨੂੰ ਪਾਪ ਵਿੱਚ ਪਾ ਦਿੱਤਾ। ਪਰ ਹਿਜਕੀਆ ਰਾਜਾ ਜਦੋਂ ਉਹਦਾ ਬੇਟਾ ਜਦੋਂ ਉਹੀ ਜਗ੍ਹਾ ਤੇ ਰਾਜਾ ਬਣਿਆ, ਉਹਨੇ ਸਾਰਿਆਂ ਨੂੰ ਪਰਮੇਸ਼ਵਰ ਦੇ ਘਰ ਨੂੰ ਸਾਫ਼ ਕੀਤਾ ਔਰ ਜਿੰਨੇ ਵੀ ਦੂਰ ਹੋ ਚੁੱਕੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਉਹਨੇ ਬੁਲਾ ਕੇ ਉਹਨਾਂ ਨੂੰ ਫਿਰ ਤੋਂ ਸਿਖਾਇਆ ਕਿ ਪਰਮੇਸ਼ਵਰ ਦੀ ਅਸੀਂ ਸੱਚੀ ਆਰਾਧਨਾ ਕਰਨੀ ਆ। ਉਹ ਭੈਣ ਔਰ ਭਰਾਓ, ਜਦੋਂ ਹਿਜਕੀਆ ਰਾਜਾ ਰਾਜ ਕਰਨ ਵਾਲਾ ਹੈਗਾ, ਜਦੋਂ ਉਹਦੀ ਉਮਰ ਹੈਗੀ ਉਹ 5 ਸਾਲਾਂ ਦੀ ਉਮਰ ਹੈਗੀ। 5 ਸਾਲਾਂ ਤੋਂ ਹੀ ਉਹਨੇ ਪਰਮੇਸ਼ਵਰ ਦੇ ਘਰ ਵੱਲ ਵਿੱਚ ਸੋਚਿਆ, ਘਰ ਦੇ ਕੰਮਾਂ ਵੱਲ ਵਿੱਚ ਸੋਚਿਆ। ਉਹਨੇ ਸੋਚਿਆ ਕਿ ਜਿੰਨੇ ਲੋਕ ਇੱਥੇ ਪਰਮੇਸ਼ਵਰ ਤੋਂ ਦੂਰ ਹੋ ਗਏ ਆ, ਮੈਂ ਉਹਨਾਂ ਨੂੰ ਸਾਰਿਆਂ ਨੂੰ ਬੁਲਾਉਂਗਾ, ਪਰਮੇਸ਼ਵਰ ਦੇ ਘਰ ਦੀ ਸਫਾਈ ਕਰਾਉਂਗਾ, ਪਰਮੇਸ਼ਵਰ ਦੇ ਜਿਹੜੇ ਘਰ ਦੇ ਜਿਹੜੇ ਬੂਹੇ ਆ ਟੁੱਟ ਗਏ ਆ ਮੈਂ ਉਹਨਾਂ ਨੂੰ ਬਣਾਉਂਗਾ, ਜਿਹੜੀ ਉਹਨਾਂ ਦੀ ਦੀਵਾਰਾਂ ਟੁੱਟ ਗਈਆਂ ਵਾ ਮੈਂ ਉਹਨਾਂ ਨੂੰ ਬਣਾਉਂਗਾ। ਜਦੋਂ 5 ਸਾਲਾਂ ਦਾ ਹੈਗਾ, ਜਦੋਂ ਉਹਦੇ ਹੱਥ ਵਿੱਚ ਪੂਰਾ ਅਧਿਕਾਰ ਹੈਗਾ, ਉਦੋਂ ਉਹਨੇ ਪਰਮੇਸ਼ਵਰ ਦੇ ਕੰਮ ਵਾਸਤੇ ਸੋਚਿਆ, ਪਰਮੇਸ਼ਵਰ ਦੇ ਘਰ ਵਾਸਤੇ ਸੋਚਿਆ ਉਹਨੇ। ਉਹ ਭੈਣ ਔਰ ਭਰਾਓ, ਜਦੋਂ ਉਹਦੀ ਉਮਰ ਹੈਗੀ, ਜਦੋਂ ਰਾਜਾ ਬਣਿਆ ਸੀ, ਉਦੋਂ ਉਹ 5 ਸਾਲਾਂ ਦਾ ਸੀ। ਇੱਕ ਵਾਰੀ ਸੋਚ ਕੇ ਵੇਖੋ ਭੈਣ ਔਰ ਭਰਾਵੋ, ਜੇ ਕੋਈ 25 ਸਾਲ ਦਾ ਜੇ ਕੋਈ ਮੁੰਡਾ ਜਾਂ ਕੁੜੀ ਹੋਏ, ਜੇ ਉਹਨੂੰ ਪੂਰੇ ਰਾਜ ਦਾ ਅਧਿਕਾਰ ਵੀ ਦੇ ਵੀ ਦਿੱਤਾ ਜਾਏ ਤੇ ਉਹ ਕੀ ਕਰਨਗੇ, ਕਿਸ ਤਰ੍ਹਾਂ ਜੀਣਗੇ?
जे मेरे और ਤੁਹਾਡੇ ਹੱਥ ਵਿੱਚ ਇਹ ਅਧਿਕਾਰ ਦੇ ਦਿੱਤੇ ਜਾਏ। ਅਸੀਂ ਕਈ ਲੋਕੀ ਜਿਹੜੇ ਵਚਨ ਸੁਣਨ ਡੇ ਆ, ਕਈ ਲੋਕੀ 25 ਸਾਲ ਦੇ ਉਮਰ ਦੇ ਹੋਣੇ ਹੈਗੇ। ਇਹ 25 ਸਾਲ ਦੇ ਜਦੋਂ ਉਮਰ ਦੇ ਹੁੰਦੇ ਹੈਗੇ, ਇਹ ਕੀ ਸੋਚਦੇ ਆ, ਕਿਸ ਤਰ੍ਹਾਂ ਦੇ ਸੋਚਦੇ ਹੈਗੇ। ਜਦੋਂ ਉਹਨਾਂ ਦੇ ਹੱਥ ਵਿੱਚ ਪੈਸੇ ਆ ਜਾਂਦੇ ਆ, ਕਈ ਲੋਕ ਤੇ ਪੀਣ ਵਾਸਤੇ ਚਲ ਜਾਂਦੇ ਆ, ਕਈ ਤਾਸ਼ ਖੇਡਣ ਵਾਸਤੇ ਚਲ ਜਾਂਦੇ ਆ, ਕਈ ਫਿਲਮਾਂ ਵੇਖਣ ਵਾਸਤੇ ਚਲ ਜਾਂਦੇ ਆ, ਕਈ ਜਿਹੜੇ ਆ ਸ਼ਰਾਬਖਾਨਿਆਂ ਵਿੱਚ ਚਲ ਜਾਂਦੇ ਆ, ਕਈ ਉਹ ਗਲਤ ਕੰਮ ਕਰਦੇ ਹੈਗੇ ਜਿਹੜਾ ਪਰਮੇਸ਼ਵਰ ਦੀ ਦ੍ਰਿਸ਼ਟੀ ਵਿੱਚ ਪਾਪ ਹੈਗਾ। ਪਰ ਇਹ ਹਿਜਕੀਆ ਰਾਜਾ ਜਦੋਂ 5 ਸਾਲਾਂ ਦਾ ਹੈਗਾ, ਇਹਨੇ ਕੀ ਸੋਚਿਆ? परमेश्वर के घर वाले विच सोचिया। इन्हें सोचिया कि परमेश्वर की मैं महिमा करूँगा और जिन्ने भी लोग परमेश्वर तो दूर हो चुके आ, उन्होंने सारिਆਂ ਨੂੰ मैं परमेश्वर के घर विच लैके आऊँगा। ਉਹ ਭੈਣ और ਭਰਾਓ, ਅੱਜ परमेश्वरां ਨੂੰ सवाल ਪੁੱਛਣ ਡਿਆ ਵਾ कि ਤੁਸੀਂ भी ਕਿਹੜੀ ਉਮਰ ਦੇ ਜੇ? ਤੁਸੀਂ 5 ਸਾਲਾਂ ਦੇ ਆ ਜਾਂ 30 ਸਾਲਾਂ ਦੇ ਆ ਜਾਂ 35 ਸਾਲਾਂ ਦੇ ਜੇ ਜਾਂ 40 ਸਾਲ ਦੇ ਜੇ? ਤੁਸੀਂ ਜੇ 35 ਸਾਲਾਂ ਦੇ ਜਾਂ 30 ਜਾਂ 40 ਸਾਲ ਦੇ ਹੋ ਗਏ ਆ पर अज तक ਤੁਸੀਂ परमेश्वर का कोई काम नहीं किया, अजकल परमेश्वर का कोई काम करता भी नहीं हैगा। पर जो भी कोई किसी को कहा जाए या परमेश्वर के घर में घर वालों कुछ सोच, तो उदों की कहते हैं कि लोग ये साडा थोड़ी काम है परमेश्वर के घर को ठीक करन दा, साडा थोड़ी काम है कि ये दीवारां नूं ठीक करन दा, साडा थोड़ी काम है कि उहदे बूहियां नूं ठीक करन दा। ये तो आ परमेश्वर के दास का काम, जिहड़ा पादरी हुंदा वागा, ये सारा पादरियां दा काम आ, साडा काम नहीं है। करके कई लोग अपने हाथ नूं धो के पिछे हट जाते आ ये गल्लां कह कह के। पर अज परमेश्वर साडे नाल इस वचन दे नाल गल करन डिया वा। 5 सालां दी उमर विच कई लोग नशे दे अधीन हो जाते आ, कई लोग गलत काम करन डै पैंदे आ, कई लोग चोरियां करन डै पैंदे आ, कई लोग बिजनेस करन डै पैंदे आ, कई लोग काम करन डै पैंदे आ, कई लोग विआह करन डै पैंदे आ, कई लोग कई काम करदे आ, पर कदी भी परमेश्वर के घर वालों नहीं सोचते। जो 5 सालों की उम्र होंगी आ, उदों सोचते आ कि हुण मेरी पढ़ाई खत्म हो गई आ, हुण मैं कोई काम करूँगा, फिर कोई कुड़ी नूं वेख के ब्याह करूँगा या कोई मुंडे नूं वेख के ब्याह करूँगा। पर कदी भी कोई ये नहीं सोचता कि मैं परमेश्वर के घर वालों सोचां, उहदे मंदिर वालों सोचां, उहदियां दीवारां जिहड़ियां टुटियां वा उहदे बारे विच सोचां या उहदे दीवार बूहियां वालों सोचां। परमेश्वर के घर तो कई लोग दूर चल गए आ, उन्हां बारे विच सोचां। ओ भैण और भराओ, 5 सालां दी उमर विच कोई भी इहो जिहा काम नहीं करता, कोई भी परमेश्वर की महिमा नहीं करता। पर बहुत घट हुंदे आ लोग जिहड़े परमेश्वर के घर वाले सोचते आ, जिहड़े परमेश्वर के काम वालों सोचते हैगे। ओ भैण और भराओ, अज परमेश्वरां नूं पुछण डिया वा कि तुसीं की सोचण डे जे, तुहाडा ध्यान कित्थे आगा, तुसीं की करन लई सोचण डे जे। ये जिहड़ी उमर हैगी, एक उम्र जिहड़ी हैगी परमेश्वर की महिमा करने वास्ते आ, ये नहीं कि आयाशी कर लो, कमा लो और खा लो और सो जाओ। ओ भैण और भराओ, परमेश्वर के मंदिर विचों, परमेश्वर के घर तो कई लोग दूर हो गए ही। जो आहाज राजा राज्य करन डिया हैगा, उन्होंने सारिਆਂ ਨੂੰ परमेश्वर तो दूर कर दिता, उन्हें सारिਆਂ ਨੂੰ पाप विच पा दिता। उन्होंने सारिਆਂ ਨੂੰ कहा कि अपने अपने न्याणे भी तुही बलि चढ़ा दो, और सारिਆਂ ने बलि चढ़ा दिता। उन्हें भी पाप किया और सारे लोगों को पाप कराया। ਉਹ ਭੈਣ और ਭਰਾਓ, ਸਾਡੇ ਸਾਹਮਣੇ कई लोग गलत राह विच चल जाते हैं, कई लोग परमेश्वर के घर विच नहीं आते, कई लोग परमेश्वर के घर तो दूर हो जाते हैं। सानू पता वागा पर असीं कदी भी जाके उन्होंने कहते नहीं आ कि परमेश्वर के घर विच वापस आ जा। कदी कदी परमेश्वर के घर में लोग आते रहते आ, पर एक दूसरे की गल सुन के उन्होंने जो दिल दुख जाता वा, वो परमेश्वर के घर में भी छड़ देंगे आ और परमेश्वर तो भी दूर हो जाते आ। ये सब कुछ साडी अखां दे सामने हुंदा रहिंदा वा, पर असीं कदी भी किसी नूं जाके कहंदे नहीं आ कि इहदी गल दा बुरा ना मन, ये तो परमेश्वर का घर आ, इत्थे तेरा भी अधिकार उन्ना ही आ, मेरा भी अधिकार उन्ना ही आ। अज परमेश्वरां नूं पुछण डिया वा कि असीं की करन डे आ।
ਅਸੀਂ ਲੋਕਾਂ ਨੂੰ ਸਿੱਧੇ ਰਾਹ ਵਿੱਚ ਲੈ ਕੇ ਜਾਣ ਡੇ ਆ ਜਾਂ ਪੁੱਠੇ ਰਾਹ ਵਿੱਚ ਲੈ ਕੇ ਜਾਣ ਡੇ ਆ। ਹਿਜਕਿਯ੍ਯਾਹ ਰਾਜਾ ਨੇ ਜਿੰਨੇ ਵੀ ਲੋਕ ਜਿਹੜੇ ਪਰਮੇਸ਼ਵਰ ਦੇ ਘਰ ਤੋਂ ਦੂਰ ਹੋ ਚੁੱਕੇ ਸੀ, ਜਿਹੜੇ ਗਲਤ ਰਾਹ ਵਿੱਚ ਚਲ ਗਏ ਸੀਗੇ, ਜਿਹੜੇ ਦੂਸਰੇ ਦੇਵੀ ਦੇਵਤਾ ਦੇ ਪਿੱਛੇ ਚਲ ਗਏ ਸੀਗੇ, ਜਿਹੜੇ ਦੂਸਰਿਆਂ ਨੂੰ ਧੂਪ ਚਲਾਉਣ ਡੇ ਸੀਗੇ, ਜਿਹੜੇ ਦੂਸਰਿਆਂ ਨੂੰ ਬਲੀਆਂ ਚਲਾਉਣ ਡੇ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਉਹਨੇ ਦੱਸਿਆ ਕਿ ਸੱਚਾ ਪਰਮੇਸ਼ਵਰ ਬਸ ਇੱਕੋ ਹੀ ਹੈਗਾ ਜਿਨੇ ਸਾਨੂੰ ਔਰ ਤੁਹਾਨੂੰ ਬਣਾਇਆ ਵਾਗਾ। ਅੱਜ ਜਾ ਕੇ ਉਹਦੀ ਆਰਾਧਨਾ ਕਰੋ। ਉਹਦੇ ਪਿਤਾ ਨੇ ਪਰਮੇਸ਼ਵਰ ਦੇ ਘਰ ਨੂੰ ਤਾਲਾ ਲਾ ਦਿੱਤਾ ਹੈਗਾ, ਪਰ ਉਹਦਾ ਜਦੋਂ ਬੇਟਾ ਹਿਜਕਿਯ੍ਯਾਹ ਰਾਜਾ ਬਣਿਆ ਹੈਗਾ, ਉਹਨੇ ਸਭ ਤੋਂ ਪਹਿਲਾਂ ਉਹ ਤਾਲੇ ਨੂੰ ਖੋਲ ਦਿੱਤਾ ਹੈਗਾ। ਅੱਜ ਅਸੀਂ ਕਈ ਚੀਜ਼ਾਂ ਦਾ ਤਾਲਾ ਲਾ ਕੇ ਬੈਠੇ ਹੈਗੇ, ਕਈ ਚੀਜ਼ਾਂ ਤੇ ਪਰਮੇਸ਼ਵਰ ਤੋਂ ਦੂਰ ਹੋ ਗਏ ਹੈਗੇ। ਆ ਤਾਲਾ ਲਾ ਕੇ ਅਸੀਂ ਕਈ ਚੀਜ਼ਾਂ ਇਹੋ ਜਿਹੀਆਂ ਕਰਨੇ ਹੈਗੇ ਜਿਸ ਤਰ੍ਹਾਂ ਵੀ ਪਰਮੇਸ਼ਵਰ ਕੋ ਦੂਰ ਹੋ ਜਾਂਦੇ ਆ ਔਰ ਦੂਸਰਿਆਂ ਨੂੰ ਵੀ ਸਿਖਾਉਂਦੇ ਆ ਔਰ ਦੂਸਰਿਆਂ ਨੂੰ ਵੀ ਪੁੱਠੇ ਰਾਹ ਵਿੱਚ ਲੈ ਜਾਂਦੇ ਹੈਗੇ। ਉਹ ਭੈਣ ਔਰ ਭਰਾਓ, ਅੱਜ ਪਰਮੇਸ਼ਵਰ ਆਨਾ ਪੁੱਛਣ ਡਿਆ ਵਾ ਕਿ ਤੁਸੀਂ ਕੀ ਕਰਨ ਡੇ ਜੇ? ਤੁਸੀਂ ਆਹਾਜ਼ ਰਾਜੇ ਵਰਗੇ ਜੀਣ ਡੇ ਜੇ ਜਾਂ ਹਿਜਕਿਯ੍ਯਾਹ ਰਾਜੇ ਵਰਗਾ ਜੀਣ ਡੇ ਜੇ? ਹਿਜਕਿਯ੍ਯਾਹ ਰਾਜਾ ਨੇ ਤੇ ਜਿਹੜੇ ਵੀ ਦੂਰ ਹੋ ਗਏ ਸੀਗੇ, ਜਿਹੜੇ ਪਰਮੇਸ਼ਵਰ ਤੋਂ ਦੂਰ ਹੋ ਗਏ ਸੀ, ਉਹਨਾਂ ਨੂੰ ਸਾਰਿਆਂ ਨੂੰ ਉਹਨੇ ਪਰਮੇਸ਼ਵਰ ਦੇ ਘਰ ਨੂੰ ਲੈ ਕੇ ਆਇਆ। ਉਹਨਾਂ ਨੂੰ ਦੱਸਿਆ ਕਿ ਆਪਣੇ ਆਪ ਨੂੰ ਪਵਿੱਤਰ ਕਰੋ ਔਰ ਆਪਣੇ ਆਪ ਨੂੰ ਸ਼ੁੱਧ ਕਰੋ। ਸਾਡਾ ਪਰਮੇਸ਼ਵਰ ਜਿਹੜਾ ਵਾ ਉਹਦਾ ਮੰਦਿਰ ਦਾ ਕੰਮ ਉਹਨੇ ਕੀਤਾ ਔਰ ਮੰਦਿਰ ਦੀ ਦੀਵਾਰਾਂ ਵੀ ਠੀਕ ਕਰਾਈਆਂ। ਉਹ ਭੈਣ ਔਰ ਭਰਾਓ, 5 ਸਾਲਾਂ ਦੀ ਉਮਰ ਵਿੱਚ ਉਹਨੇ ਪਰਮੇਸ਼ਵਰ ਦੀ ਮਹਿਮਾ ਕੀਤੀ। ਆਈ ਜੇ ਕਿਸੇ ਨੂੰ ਪੁੱਛ ਲਈਏ ਕਿ ਤੁਸੀਂ ਪਰਮੇਸ਼ਵਰ ਦਾ ਕੰਮ ਕਿਦੋਂ ਕਰਨਾ, ਉਹ ਆਂਦੇ ਸਾਡਾ ਤਾਂ ਅਜੇ ਕੰਮ ਹੀ ਅੱਜ ਨੌਕਰੀ ਨਹੀਂ ਲੱਗੀ, ਨਾ ਹੀ ਸਾਡਾ ਵਿਆਹ ਹੋਇਆ ਵਾ, ਨਾ ਹੀ ਸਾਡੇ ਨਿਆਣੇ ਹੋਏ ਹੈਗੇ। ਅਸੀਂ ਉਦੋਂ ਕੰਮ ਕਰਾਂਗੇ ਜਦੋਂ ਅਸੀਂ ਬੁੱਢੇ ਹੋ ਜਾਵਾਂਗੇ, ਜਦੋਂ 50 ਸਾਲਾਂ ਦੇ ਬਾਅਦ ਹੋ ਜਾਵਾਂਗੇ, ਜਦੋਂ ਰਿਟਾਇਰ ਹੋ ਜਾਵਾਂਗੇ, ਜਦੋਂ ਸਾਡੇ ਹੱਥਾਂ ਵਿੱਚ ਸੋਟੀਆਂ ਆ ਜਾਣਗੀਆਂ, ਜਦੋਂ ਅਸੀਂ ਲੱਕੜੀਆਂ ਫੜ ਕੇ ਚੱਲਾਂਗੇ ਨਾ, ਉਦੋਂ ਪਰਮੇਸ਼ਵਰ ਦਾ ਕੰਮ ਕਰਾਂਗੇ। ਪਰ ਵਚਨ ਵਿੱਚ ਲਿਖਿਆ ਵਾ ਕਿ ਜਦੋਂ ਤੂੰ ਜਵਾਨ ਆ ਉਦੋਂ ਹੀ ਪਰਮੇਸ਼ਵਰ ਦੀ ਮਹਿਮਾ ਕਰ, ਉਦੋਂ ਹੀ ਪਰਮੇਸ਼ਵਰ ਦਾ ਜੂਆ ਜਿਹੜਾ ਵਾ ਆਪਣੇ ਸਿਰ ਦੇ ਉੱਤੇ ਚੁੱਕ ਲਾ। ਕਈ ਲੋਕਾਂ ਦੀ ਇਹ ਆਦਤ ਹੈਗੀ, ਸਾਡੀ ਅਜੇ ਉਮਰ ਨਹੀਂ ਆ ਖਾਣ ਪੀਣ ਦੀ ਹੈਗੀ, ਅਸੀਂ ਪਰਮੇਸ਼ਵਰ ਦਾ ਕੰਮ ਨਹੀਂ ਕਰਨਾ। ਪਰਮੇਸ਼ਵਰ ਦੇ ਕੰਮ ਕਰਨ ਵਾਸਤੇ ਪਰਮੇਸ਼ਵਰ ਦੇ ਘਰ ਵਿੱਚ ਜਿਹੜੇ ਪਾਦਰੀ ਆ ਬਸ ਉਹ ਕਰਨਗੇ। ਉਹ ਭੈਣੋ ਭਰਾਓ, ਜੇ ਪਰਮੇਸ਼ਵਰ ਨੇ ਤੁਹਾਨੂੰ ਵੀ ਬਚਾਇਆ ਵਾ, ਜੇ ਉਹਦੇ ਬਾਰੇ ਵਿੱਚ ਤੁਸੀਂ ਵੀ ਜਾਣਦੇ ਜੇ ਉਹਦੇ ਖੂਨ ਦੇ ਨਾਲ ਤੁਸੀਂ ਵੀ ਧੁਲੇ ਹੋਏ ਆ, ਤੇ ਸਾਡੇ ਸਾਰਿਆਂ ਦਾ ਕੰਮ ਆ ਪਰਮੇਸ਼ਵਰ ਦੇ ਘਰ ਦਾ ਕੰਮ ਕਰਨਾ। ਕਈ ਲੋਕਾਂ ਦੇ ਹੱਥ ਵਿੱਚ ਅਧਿਕਾਰ ਹੁੰਦਾ ਵਾਗਾ, ਕਈ ਲੋਕਾਂ ਦੇ ਹੱਥ ਵਿੱਚ ਸਭ ਕੁਝ ਹੁੰਦਾ ਵਾਗਾ, ਪਰ ਫਿਰ ਵੀ ਕੁਛ ਨਹੀਂ ਕਰਦੇ ਪਰਮੇਸ਼ਵਰ ਦੇ ਘਰ ਵਾਸਤੇ। ਕਈਆਂ ਲੋਕਾਂ ਕੋ ਪਤਾ ਹੁੰਦਾ ਵਾ ਕਿ ਲੋਕਾਂ ਦੇ ਸਾਹਮਣੇ ਪਰਮੇਸ਼ਵਰ ਦਾ ਜਿਹੜਾ ਘਰ ਹੁੰਦਾ ਵਾ, ਉਹਦੇ ਜਿਹੜੇ ਦੀਵਾਰਾਂ ਹੁੰਦੀਆਂ ਵਾਗੀਆਂ ਕਦੀ ਖਰਾਬ ਹੋਈਆਂ ਹੁੰਦੀਆਂ ਵਾ, ਉਹਦੇ ਜਿਹੜੇ ਬੂਹੇ ਹੁੰਦੇ ਆ ਟੁੱਟੇ ਹੁੰਦੇ ਆ, ਉਹਨਾਂ ਤੇ ਪੈਸੇ ਨਹੀਂ ਲਾਉਂਦੇ, ਪਰ ਬਾਰ-ਬਾਰ ਜਾ ਕੇ ਕਈ ਲੋਕਾਂ ਦੇ ਸਾਹਮਣੇ ਜੂਏ ਵਿੱਚ ਪੀਣ ਵਿੱਚ ਇੰਨੇ ਪੈਸੇ ਵਗਾ ਦਿੰਦੇ ਹੈਗੇ। ਉਹ ਭੈਣ ਔਰ ਭਰਾਓ, ਅੱਜ ਪਰਮੇਸ਼ਵਰ ਸਾਨੂੰ ਪੁੱਛਣ ਡਿਆ ਵਾ ਕਿ ਤੁਸੀਂ ਵੀ ਕਿਹੜੀ ਉਮਰ ਦੇ ਜੇ? ਤੁਸੀਂ ਕੀ ਸੋਚਣ ਡੇ ਜੇ? ਹਜੇ ਮੇਰੀ ਉਮਰ ਨਹੀਂ ਹੋਈ ਪਰਮੇਸ਼ਵਰ ਦੇ ਕੰਮ ਕਰਨ ਵਾਸਤੇ? ਤੁਸੀਂ ਕੀ ਸੋਚਣ ਡੇ ਜੇ ਕਿ ਹਜੇ ਮੇਰੀ ਉਮਰ ਨਹੀਂ ਆ ਪਰਮੇਸ਼ਵਰ ਦੀ ਮਹਿਮਾ ਕਰਨ ਵਾਸਤੇ? ਪਰ ਪਰਮੇਸ਼ਵਰ ਨੇ ਤੁਹਾਨੂੰ ਤੇ ਚੁਣਿਆ ਵਾ, ਤੁਹਾਨੂੰ ਬੁਲਾਇਆ ਵਾ। ਜੇ ਤੁਸੀਂ ਸਭ ਕੁਝ ਜਾਣਦੇ ਜੇ ਅਧਿਕਾਰ ਵੀ ਤੁਹਾਡੇ ਹੱਥ ਵਿੱਚ ਆ, ਤਾਂ ਫਿਰ ਵੀ ਤੁਸੀਂ ਪਰਮੇਸ਼ਵਰ ਦੇ ਘਰ ਵਾਲੇ ਵਿੱਚ ਨਹੀਂ ਸੋਚਣ ਡੇ ਜਾਂ ਉਹਦੇ ਘਰ ਵੱਲੋਂ ਨਹੀਂ ਕੁਝ ਕੰਮ ਕਰਨਾ ਚਾਹੁੰਦੇ, ਤਾਂ ਤੁਸੀਂ ਸੋਚੋ ਕਿ ਤੁਸੀਂ ਕਿਸ ਤਰ੍ਹਾਂ ਦੇ ਜੇ। ਇੱਕ ਵਾਰੀ ਸੋਚੋ, ਆਹਾਜ਼ ਰਾਜ ਨੂੰ ਸੋਚੋ ਜਿਹਨੇ ਸਾਰੇ ਮੰਦਿਰ ਦੇ ਤਾਲਾ ਲਾ ਦਿੱਤਾ ਔਰ ਉਹਦੇ ਚੀਜ਼ਾਂ ਨੂੰ ਤੋੜ ਦਿੱਤਾ, ਪਰਮੇਸ਼ਵਰ ਦੀ ਘਰ ਦੀਆਂ ਚੀਜ਼ਾਂ ਨੂੰ ਤੋੜ ਦਿੱਤਾ। ਪਰ ਉਹਦਾ ਜਦੋਂ ਬੇਟਾ ਉੱਥੇ ਰਾਜ ਕਰਨੇ ਲੱਗਾ ਹਿਜਕਿਯ੍ਯਾਹ, ਉਹਨੇ ਸਾਰੀਆਂ ਚੀਜ਼ਾਂ ਨੂੰ ਬਣਾਇਆ ਔਰ ਸਾਰੀਆਂ ਚੀਜ਼ਾਂ ਨੂੰ ਫਿਰ ਤੋਂ ਉਹਨੇ ਉਸੇ ਤਰ੍ਹਾਂ ਕਰ ਦਿੱਤਾ ਜਿਸ ਤਰ੍ਹਾਂ ਉਹ ਪਹਿਲੋਂ ਹੈਗੀਆਂ। ਉਹਦਾ ਜਦੋਂ ਪਿਤਾ ਰਾਜਾ ਬਣਿਆ ਹੈਗਾ, ਉਹਨੇ ਸਾਰਿਆਂ ਨੂੰ ਗਲਤ ਰਾਹ ਵਿੱਚ ਪਾ ਦਿੱਤਾ, ਸਾਰਿਆਂ ਕੋ ਉਹਨੇ ਪਾਪ ਕਰਾਇਆ, ਸਾਰਿਆਂ ਨੂੰ ਉਹਨੇ ਕਿਹਾ ਕਿ ਦੇਵੀ ਦੇਵਤਾ ਦੀ ਪੂਜਾ ਕਰਿਆ ਕਰੋ। ਪਰ ਜਦੋਂ ਹਿਜਕਿਯ੍ਯਾਹ ਰਾਜਾ ਬਣ ਗਿਆ ਹੈਗਾ, ਉਹਨੇ ਉਹ ਸਾਰੀਆਂ ਚੀਜ਼ਾਂ ਨੂੰ ਤੋੜ ਦਿੱਤਾ, ਸਾਰੀਆਂ ਚੀਜ਼ਾਂ ਨੂੰ ਉੱਥੇ ਯਰੂਸ਼ਲਮ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤਾ ਔਰ ਉਹਨੇ ਕਿਹਾ ਕਿ ਸੱਚੀ ਉਪਵਾਸਨਾ ਜਿਹੜੀ ਆ ਸਿਰਫ ਪਰਮੇਸ਼ਵਰ ਦੀ ਹੋਏ, ਉਹਦੇ ਵਾਸਤੇ ਸਿਰਫ ਬਲੀਆਂ ਚੜਾਓ, ਉਹਦੇ ਵਾਸਤੇ ਸਿਰਫ ਤੁਸੀਂ ਧੂਪ ਚਲਾਓ। ਅੱਜ ਅਸੀਂ ਪਰਮੇਸ਼ਵਰ ਦੇ ਘਰ ਵਿੱਚ ਪਰਮੇਸ਼ਵਰ ਦੇ ਘਰ ਵਿੱਚ ਜਦੋਂ ਆਉਂਦੇ ਆਗੇ ਤੇ ਕਿਸ ਤਰ੍ਹਾਂ ਆਉਂਦੇ ਆ? ਸਾਡੇ ਸਾਹਮਣੇ ਲੋਕੀ ਪਰਮੇਸ਼ਵਰ ਦੇ ਘਰ ਨੂੰ ਛੱਡ ਕੇ ਸਾਡੀਆਂ ਗੱਲਾਂ ਨੂੰ ਛੱਡ ਕੇ ਕਈ ਲੋਕੀ ਗਲਤ ਰਾਹ ਵਿੱਚ ਚਲ ਗਏ ਆ। ਕਦੀ ਉਹਨੂੰ ਬੁਲਾਇਆ ਜਾਂ ਨਹੀਂ ਆ? ਅੱਜ ਪਰਮੇਸ਼ਵਰਾਂ ਨੂੰ ਪੁੱਛਣ ਡਿਆ ਵਾਗਾ। ਅੱਜ ਪਰਮੇਸ਼ਵਰ ਸਾਡੇ ਨਾਲ ਗੱਲ ਕਰਨ ਡਿਆ ਵਾ ਕਿ ਤੁਹਾਡੀ ਉਮਰ ਕਿੰਨੀ ਆ?
25 ਸਾਲ ਆ ਜਾਂ 30 ਸਾਲ ਆ ਜਾਂ 35 ਸਾਲ ਆ ਜਾਂ 40 ਸਾਲ ਹੋ ਗਏ ਆ, ਪਰ ਹਜੇ ਤੱਕ ਕਿਸੇ ਨੂੰ ਵੀ ਕੁਛ ਵੀ ਪਰਮੇਸ਼ਵਰ ਦੇ ਬਾਰੇ ਵਿੱਚ ਨਹੀਂ ਦੱਸਿਆ। ਨਾ ਹੀ ਸਾਡੇ ਬੈਂਕਾਂ ਵਿੱਚ ਬੈਲੈਂਸ ਹੁੰਦਾ ਵਾ, ਪਰ ਕਦੀ ਵੀ ਅਸੀਂ ਚੰਦਾ ਨਹੀਂ ਦਿੱਤਾ। ਔਰ ਨਾ ਹੀ ਪਰਮੇਸ਼ਵਰ ਦੇ ਘਰ ਜਦੋਂ ਖਰਾਬ ਹੋ ਜਾਂਦਾ ਵਾ, ਜਦੋਂ ਕੋਈ ਵੀ ਚੀਜ਼ ਦੀ ਜ਼ਰੂਰਤ ਹੁੰਦੀ ਆ, ਉਹਨੂੰ ਵੀ ਕਦੀ ਵੀ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਭੈਣ ਔਰ ਭਰਾਓ, ਅੱਜ ਪਰਮੇਸ਼ਵਰਾਂ ਨੂੰ ਪੁੱਛਣ ਡਿਆ ਵਾਗਾ, ਜੇ ਤੁਸੀਂ ਉਮਰ ਬੀਤਣ ਜਾਣ ਡਈ ਆ ਤੇ ਪਰਮੇਸ਼ਵਰ ਦਾ ਕੰਮ ਕਿਦੋਂ ਕਰੋਗੇ। ਹਿਚਕੀਆ ਰਾਜਾ ਜਦੋਂ 5 ਸਾਲਾਂ ਦਾ ਸੀ, ਉਦੋਂ ਉਹਨੇ ਪਰਮੇਸ਼ਵਰ ਦੇ ਘਰ ਬਾਰੇ ਵਿੱਚ ਸੋਚਿਆ, ਉਹਨੇ ਪਰਮੇਸ਼ਵਰ ਦੇ ਲੋਕਾਂ ਵੱਲ ਸੋਚਿਆ, ਉਹਨੇ ਪਰਮੇਸ਼ਵਰ ਦੇ ਘਰ ਦੇ ਬੂਹਿਆਂ ਵੱਲ ਸੋਚਿਆ, ਉਹਨੇ ਪਰਮੇਸ਼ਵਰ ਦੇ ਦੀਵਾਰਾਂ ਜਿਹੜੀਆਂ ਟੁੱਟ ਗਈਆਂ ਹੈਗੀਆਂ ਉਹਦੇ ਬਾਰੇ ਵਿੱਚ ਸੋਚਿਆ। ਉਹਨੇ ਸੋਚਿਆ ਕਿ ਪਰਮੇਸ਼ਵਰ ਦੇ ਪਹਿਲੇ ਕੰਮ ਕਰੂੰਗਾ, ਬਾਅਦ ਵਿੱਚ ਕੁਝ ਹੋਰ ਕਰੂੰਗਾ। ਉਹਨੇ ਪਰਮੇਸ਼ਵਰ ਦੇ ਘਰ ਨੂੰ ਸ਼ੁੱਧ ਕਰਾਇਆ, ਪਵਿੱਤਰ ਕਰਾਇਆ, ਔਰ ਜਿੰਨੇ ਲੋਕ ਪਰਮੇਸ਼ਵਰ ਦੇ ਘਰ ਤੋਂ ਦੂਰ ਹੋ ਗਏ ਸੀ ਉਹਨਾਂ ਨੂੰ ਸਾਰਿਆਂ ਨੂੰ ਉਹਨੇ ਫਿਰ ਤੋਂ ਬੁਲਾਇਆ ਔਰ ਫਿਰ ਤੋਂ ਪਰਮੇਸ਼ਵਰ ਦੀ ਸੱਚੀ ਉਪਵਾਸਨਾ ਕੀਤੀ। ਉਹਨੇ ਜਦੋਂ ਉਹਨੇ ਬਲੀਆਂ ਚੜਾਈਆਂ ਹੈਗੀਆਂ, ਜਦੋਂ ਲੋਕ ਆ ਗਏ ਸੀਗੇ, ਉਦੋਂ ਬੜਾ ਹੀ ਆਨੰਦ ਮਨਾਉਣ ਲੱਗੇ ਹੈਗੇ। ਇਹ ਆਨੰਦ, ਇਹ ਜਿਹੜੀ ਖੁਸ਼ੀ ਹੈਗੀ, ਇਹ ਪਹਿਲਾਂ ਜਦੋਂ ਸੁਲੇਮਾਨ ਰਾਜਾ ਨੇ ਜਦੋਂ ਉਹਨੇ ਮੰਦਰ ਬਣਾਉਣ ਤੇ ਬਾਅਦ ਜਿਹੜੀ ਉਹਨੇ ਖੁਸ਼ੀ ਮਨਾਈ ਹੈਗੀ, ਉਹਦੇ ਬਾਅਦ ਕਿਸੇ ਨੇ ਵੀ ਉਹ ਖੁਸ਼ੀ ਨਹੀਂ ਮਨਾਈ। ਉਹਨੀ ਇੰਨੇ ਲੋਕ ਜਮ੍ਹਾਂ ਨਹੀਂ ਹੋਏ ਔਰ ਇੰਨੀਆਂ ਬਲੀਆਂ ਨਹੀਂ ਚੜਾਈਆਂ ਗਈਆਂ। ਜਦੋਂ ਹਿਚਕੀਆ ਰਾਜਾ ਜਦੋਂ ਰਾਜਾ ਬਣਿਆ ਹੈਗਾ, ਉਹਨੇ ਫਿਰ ਤੋਂ ਉਹੀ ਫਿਰ ਤੋਂ ਖੁਸ਼ੀਆਂ ਮਨਾਈਆਂ, ਫਿਰ ਤੋਂ ਬਲੀਆਂ ਚੜਾਈਆਂ ਔਰ ਫਿਰ ਤੋਂ ਪਰਮੇਸ਼ਵਰ ਦੀ ਮਹਿਮਾ ਕੀਤੀ। ਅੱਜ ਪਰਮੇਸ਼ਵਰਾਂ ਨੂੰ ਪੁੱਛਣ ਡਿਆ ਵਾ, ਅਸੀਂ ਪਰਮੇਸ਼ਵਰ ਦੀ ਮਹਿਮਾ ਕਰਨ ਡੇ ਆ ਜਾਂ ਅਸੀਂ ਪਰਮੇਸ਼ਵਰ ਦਾ ਨਿੰਦਾ ਕਰਨ ਡੇ ਆ। ਅੱਜ ਪਰਮੇਸ਼ਵਰਾਂ ਨੂੰ ਪੁੱਛਣ ਡਿਆ ਵਾ ਕਿ ਤੁਸੀਂ ਆਹਾਜ ਰਾਜ ਵਰਗੇ ਜੇ ਕਿ ਲੋਕਾਂ ਨੂੰ ਪਰਮੇਸ਼ਵਰ ਤੋਂ ਦੂਰ ਕਰਨ ਵਾਲੇ, ਪਾਪ ਵਿੱਚ ਪਾਉਣ ਵਾਲੇ ਜੇ, ਜਾਂ ਹਿਚਕੀਆ ਰਾਜਾ ਵਰਗੋਂ ਲੋਕਾਂ ਨੂੰ ਸਾਰਿਆਂ ਨੂੰ ਪਰਮੇਸ਼ਵਰ ਦੇ ਘਰ ਨੂੰ ਬੁਲਾਉਣ ਵਾਲੇ ਜੇ ਔਰ ਪਰਮੇਸ਼ਵਰ ਦੇ ਸੱਚੀ ਉਪਵਾਸਨਾ ਕਰਾਉਣ ਵਾਲੇ ਜੇ। ਅੱਜ ਪਰਮੇਸ਼ਵਰਾਂ ਨੂੰ ਇਹ ਸਵਾਲ ਪੁੱਛਣ ਡਿਆ ਵਾ, ਕਈ ਜਵਾਨਾਂ ਨੂੰ ਪੁੱਛਣ ਡਿਆ ਵਾ ਕਿ ਤੁਹਾਡੀ ਉਮਰ ਹੁਣ ਕਿੰਨੀ ਹੋ ਗਈ ਆ, ਹੁਣ ਤੁਸੀਂ ਪਰਮੇਸ਼ਵਰ ਦਾ ਕੰਮ ਕਿਉਂ ਨਹੀਂ ਕਰਦੇ। ਜੇ ਪਰਮੇਸ਼ਵਰ ਇਸ ਵਚਨ ਦੇ ਨਾਲ ਤੁਹਾਡੇ ਨਾਲ ਗੱਲ ਕਰਦਾ ਵਾ ਤਾਂ ਆਪਣੇ ਘੁਟਨਿਆਂ ਦੇ ਵੱਲ ਆਈਏ ਔਰ ਪ੍ਰਾਰਥਨਾ ਕੀਜੀਏ, ਪ੍ਰਭੂ ਜੀ ਮੈਂ 5 ਸਾਲਾਂ ਦਾ ਹੋ ਗਿਆ ਵਾਂ, 35 ਸਾਲਾਂ ਦਾ ਹੋ ਗਿਆ ਵਾਂ, 40 ਸਾਲਾਂ ਦਾ ਹੋ ਗਿਆ ਵਾਂ, 50 ਸਾਲਾਂ ਦਾ ਹੋ ਗਿਆ ਵਾਂ, ਪਰ ਹਜੇ ਤੱਕ ਮੈਂ ਪਰਮੇਸ਼ਵਰ ਦਾ ਕੋਈ ਕੰਮ ਨਹੀਂ ਕੀਤਾ। ਪਰਮੇਸ਼ਵਰ ਦੇ ਘਰ ਵਿੱਚ ਕੋਈ ਕੰਮ ਨਹੀਂ ਕੀਤਾ, ਕੋਈ ਵੀ ਜ਼ਿੰਮੇਵਾਰੀ ਨਹੀਂ ਲਈ, ਮੈਂ ਸਾਰੀਆਂ ਛੱਡ ਦਿੱਤੀਆਂ ਵਾਂ। ਮੈਂ ਕਿਸੇ ਨੂੰ ਵੀ ਪਰਮੇਸ਼ਵਰ ਦੇ ਘਰ ਵਿੱਚ ਨਹੀਂ ਬੁਲਾਇਆ। ਮੇਰੇ ਅੱਖਾਂ ਦੇ ਸਾਹਮਣੇ ਕਈ ਲੋਕੀ ਪਰਮੇਸ਼ਵਰ ਦੇ ਘਰ ਨੂੰ ਆ ਕੇ ਛੱਡ ਕੇ ਚਲ ਗਏ ਹੈਗੇ, ਪਾਪ ਵਿੱਚ ਫਸ ਗਏ ਆ, ਪਰ ਉਹਨਾਂ ਨੂੰ ਵੀ ਕਦੀ ਮੈਂ ਨਹੀਂ ਬੁਲਾਇਆ। ਮੈਨੂੰ ਮਾਫ ਕਰ ਦੇ। ਮੇਰੀ ਉਮਰ ਬੀਤਤੇ ਜਾਣ ਡਈ ਹੈਗੀ, ਮੇਰੇ ਨਿਆਣੇ ਹੋ ਗਏ ਆ, ਮੈਂ ਦਾਦਾ ਬਣ ਗਿਆ ਵਾਂ, ਦਾਦੀ ਬਣ ਗਈ ਆ, ਹਜੇ ਤੱਕ ਮੈਂ ਪਰਮੇਸ਼ਵਰ ਦਾ ਕੋਈ ਕੰਮ ਨਹੀਂ ਕੀਤਾ। ਮੈਨੂੰ ਮਾਫ ਕਰ ਦੇ। ਇਹ ਪ੍ਰਾਰਥਨਾ ਜੇ ਤੁਸੀਂ ਕਰੋਗੇ ਤਾਂ ਪਰਮੇਸ਼ਵਰ ਆਪਣੀ ਆਤਮਾ ਦੇ ਨਾਲ ਤੁਹਾਨੂੰ ਭਰੂਗਾ। ਔਰ ਜਵਾਨਾਂ ਨੂੰ ਕਹਿਣ ਡਿਆ ਵਾ ਕਿ ਅੱਜ ਜੇ ਤੁਹਾਡਾ ਵੀ 25 ਸਾਲ ਦੀ ਉਮਰ ਹੋ ਗਈ ਆ ਤਾਂ ਤੁਸੀਂ ਕੀ ਕਰਨ ਡੇ ਜੇ। ਤੁਸੀਂ ਆਯਾਸ਼ੀ ਦੇ ਕੰਮ ਕਰਨ ਡੇ ਜੇ, ਆਪਣੀ ਮਰਜ਼ੀ ਦੇ ਨਾਲ ਚੱਲਣ ਡੇ ਜੇ, ਜਾਂ ਪਰਮੇਸ਼ਵਰ ਦੇ ਘਰ ਬਾਲੇ ਵਿੱਚ ਘਰ ਵੱਲੋਂ ਕੁੱਖ ਸੋਚਣ ਡੇ ਜੇ, ਪਰਮੇਸ਼ਵਰ ਦੀ ਮਹਿਮਾ ਕਰਨ ਡੇ ਜੇ, ਜਾਂ ਪਰਮੇਸ਼ਵਰ ਦੀ ਨਿੰਦਾ ਕਰਨ ਡੇ ਜੇ। ਅੱਜ ਪਰਮੇਸ਼ਵਰ ਇਸ ਸਵਾਲ ਸਾਨੂੰ ਸਾਰਿਆਂ ਨੂੰ ਪੁੱਛਣ ਡਿਆ ਵਾ। प्रार्थना करो और अपने जीवन ਨੂੰ सुधारो और सही करो। जिस तरह हिचकिया राजा ने अपने जीवन ਨੂੰ परमेश्वर ਨੂੰ ਦੇ ਦਿੱਤਾ ਆਪਣੇ जवानी ਦੇ टाइम ਵਿੱਚ, ਤੁਸੀਂ ਵੀ ਆਪਣਾ ਜੀਵਨ ਇਹੋ ਜਵਾਨੀ ਦੇ ਟਾਈਮ ਵਿੱਚ ਪਰਮੇਸ਼ਵਰ ਨੂੰ ਦੇ ਦਿਓ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਕਰੂਗਾ। ਪਰਮੇਸ਼ਵਰ ਇਸ ਵਚਨ ਦੇ ਨਾਲ ਸਾਨੂੰ ਆਸ਼ੀਸ਼ ਪਰਮੇਸ਼ਵਰ ਇਸ ਵਚਨ ਦੇ ਨਾਲ ਸਾਨੂੰ ਸਿਖਾਏ ਕਿ ਉਹਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ। ਪਰਮੇਸ਼ਵਰ ਇਸ ਵਚਨ ਦੇ ਨਾਲ ਸਾਨੂੰ ਜਦੋਂ ਜਵਾਨੀ ਦੇ ਦਿਨਾਂ ਵਿੱਚ ਹੀ ਪਰਮੇਸ਼ਵਰ ਦੀ ਮਹਿਮਾ ਕਰਨਾ ਸਿਖਾਏ। ਪਰਮੇਸ਼ਵਰ ਇਸ ਵਚਨ ਦੇ ਨਾਲ ਸਾਨੂੰ ਪਵਿੱਤਰ ਆਤਮਾ ਦੇ ਨਾਲ ਭਰੇ। ਪਰਮੇਸ਼ਵਰ ਇਸ ਵਚਨ ਦੇ ਨਾਲ ਸਾਨੂੰ ਪਰਮੇਸ਼ਵਰ ਦੇ ਘਰ ਦੇ ਬਾਰੇ ਵਿੱਚ ਸੋਚਣ ਲਈ ਸਾਨੂੰ ਸਿਖਾਏ। ਪਰਮੇਸ਼ਵਰ ਇਸ ਵਚਨ ਦੇ ਨਾਲ ਤੁਹਾਨੂੰ ਔਰ ਮੈਨੂੰ ਹਮ ਸਾਰਿਆਂ ਨੂੰ ਆਸ਼ੀਸ਼ ਕਰੇ। ਗॉड ब्लेस यू ऑल।